ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਾਣ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮਸਲਿਆਂ ਦਾ ਕਪੜ ਛਾਣ ਕਰਦੇ ਹਾਂ। ਅੱਜ ਖਾਸ ਮਸਲੇ ਨੇ ਜਿਨ੍ਹਾਂ ਦਾ ਕਪੜ ਛਾਣ ਕਰਾਂਗੇ। ਚਿੱਠੀਆਂ ਨੇ, ਇੱਕ ਚਿੱਠੀ ਨਵਜੋਤ ਸਿੰਘ ਸਿੱਧੂ ਨੂੰ ਲਿਖੀ ਜਾਂਦੀ ਹੈ, ਉਹ ਲਿਖੀ ਜਾਂਦੀ ਹੈ ਐਚ.ਐਸ. ਫੂਲਕਾ ਦੇ ਵੱਲੋਂ, ਤੇ ਇੱਕ ਚਿੱਠੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖਦੇ ਨੇ। ਇਹਨਾਂ ਚਿੱਠੀਆਂ ਦੇ ਉੱਤੇ ਚਰਚਾ ਕਰਾਂਗੇ। ਉਧਰ ਮਮਤਾ ਬੈਨਰਜੀ ਦੇ ਵੱਲੋਂ ਅਸਤੀਫੇ ਦੀ ਮੰਗ ਕਰ ਲਈ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ, ਤੇ ਉਧਰ ਦੀਪ ਸਿੱਧੂ ਦੀ ਪੇਸ਼ੀ ਇੱਕ ਵਾਰ ਫਿਰ ਤੋਂ ਕੱਲ ਨਵੇਂ ਮਾਮਲੇ ਦੇ ਵਿੱਚ ਹੋਈ ਹੈ, ਤੇ ਉਸ ਦੇ ਵਿੱਚ ਅੱਜ ਕੀ ਕੁਝ ਨਵਾਂ ਹੋਣਾ ਉਸ ਦੇ ਬਾਰੇ ਵੀ ਗੱਲਬਾਤ ਰਹੇਗੀ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਕੇ ਕਰਕੇ ਚਰਚਾ ਤੇ ਗੱਲਬਾਤ ਆਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ, ਬਹੁਤ ਬਹੁਤ ਧੰਨਵਾਦ। ਡੱਲਾ ਜੀ, ਸਭ ਤੋਂ ਪਹਿਲਾਂ ਤਾਂ ਚਿੱਠੀ ਜਿਹੜੀ ਮਨਮੋਹਨ ਸਿੰਘ ਹੋਣਾ ਦੇ ਵੱਲੋਂ ਲਿਖੀ ਗਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਉਸ ਦਾ ਜ਼ਰੂਰ ਜ਼ਿਕਰ ਕਰਿਓ ਕਿ ਕੀ ਅਹਿਮ ਗੱਲਾਂ ਜਿਹੜੀਆਂ ਉਸ ਚਿੱਠੀ ਦੇ ਵਿੱਚ ਨੇ। ਦੇਖੋ, ਇੱਕ ਤਾਂ ਗਗਨ ਸਾਨੂੰ ਸਾਰਿਆਂ ਨੂੰ ਪਤਾ ਹੈ ਬਹੁਤ ਚਿੰਤਾਜਨਕ ਸਥਿਤੀਆਂ ਨੇ ਪੂਰੇ ਮੁਲਕ ਦੇ ਵਿੱਚ। ਪਿਛਲੇ 4-5 ਦਿਨਾਂ ਤੋਂ ਜਿਹੜੇ ਕੋਵਿਡ ਦੇ ਕੇਸ ਨੇ ਉਹ 2 ਲੱਖ ਤੋਂ ਵੱਧ ਗਏ ਪ੍ਰਤੀ ਡੇ। ਜਿਹੜੇ ਪਰਸੋਂ ਸ਼ਾਮ ਤੱਕ ਸੀ ਉਹ ਤਾਂ ਅੰਕੜਾ 2,60,000 ਤੋਂ ਵੱਧ ਗਿਆ ਸੀ। ਸੋ ਲਗਾਤਾਰ ਪਿਛਲੇ 24 ਘੰਟਿਆਂ ਦੇ ਦਰਮਿਆਨ ਵੀ 2 ਲੱਖ ਤੋਂ ਪਾਰ ਦਾ ਅੰਕੜਾ, ਪੂਰਾ ਅੰਕੜਾ ਹਜੇ ਮੇਰੇ ਕੋਲ ਆਇਆ ਨਹੀਂ। ਇਹ ਕੋਈ ਛੋਟੀ ਗੱਲ ਨਹੀਂ ਹੈ। ਪਿਛਲੀ ਵਾਰੀ ਜਦੋਂ ਪਹਿਲੀ ਵਾਰੀ ਕੋਵਿਡ ਆਇਆ, ਪਿਛਲੇ ਸਾਲ ਜਦੋਂ ਲੋਕਡਾਊਨ ਲੱਗਿਆ ਰਿਹਾ, ਉਦੋਂ ਵੀ ਕਦੀ 2 ਲੱਖ ਇੱਕ ਦਿਨ 'ਚ ਕੇਸ ਪਾਰ ਨਹੀਂ ਸੀ ਕੀਤੇ। ਕੱਲ ਪਹਿਲੀ ਵਾਰੀ ਹੋਇਆ, ਪਰਸੋਂ ਪਹਿਲੀ ਵਾਰੀ ਹੋਇਆ ਜਦੋਂ ਦੁਨੀਆ ਤੋਂ ਜਾਣ ਵਾਲੇ ਲੋਕਾਂ ਦਾ ਅੰਕੜਾ 1500 ਤੋਂ ਪਾਰ ਹੋ ਗਿਆ ਗਗਨ। ਸੋ ਇੰਡੀਆ ਇਸ ਵਕਤ ਕੋਵਿਡ ਦੇ ਮਾਮਲੇ ਦੇ ਵਿੱਚ ਬਹੁਤ ਚਿੰਤਾਜਨਕ ਸਥਿਤੀਆਂ ਦੇ ਵਿੱਚ ਹੈ। ਔਰ ਮੈਂ ਬੜਾ ਹੈਰਾਨ ਹੁੰਨਾ ਕਿ ਸਾਡੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਰੈਲੀਆਂ ਕਰੀ ਜਾਂਦੇ ਨੇ। ਪੋਲੀਟੀਕਲ ਪਾਰਟੀਆਂ ਦੇ ਲੀਡਰ ਪਿਛਲੇ 2-3 ਮਹੀਨਿਆਂ ਤੋਂ ਰੈਲੀਆਂ ਕਰੀ ਜਾਂਦੇ ਨੇ, ਜਦੋਂ ਉਹਨਾਂ ਨੂੰ ਤਿਆਰੀ ਕਰਨੀ ਚਾਹੀਦੀ ਸੀ ਕਿ ਦੂਜੀ ਲਹਿਰ ਤੋਂ ਅਸੀਂ ਬਚਣਾ ਕਿਵੇਂ ਹੈ, ਲੋਕਾਂ ਨੂੰ ਬਚਾਉਣਾ ਕਿਵੇਂ ਹੈ, ਇੰਤਜ਼ਾਮ ਕਿਵੇਂ ਕਰਨੇ ਆ। ਮੈਂ ਬਿਆਨ ਸੁਣੀ ਜਾਂਦਾ ਸੀ ਕੇਜਰੀਵਾਲ ਦਾ, ਕਹਿੰਦਾ ਸਾਡੇ ਕੋਲੇ ਬੈੱਡ ਮੁੱਕਣ ਵਾਲੇ ਆ, ਸਾਡੇ ਕੋਲੇ ਆਕਸੀਜਨ ਦੇ ਸਿਲੰਡਰ ਮੁੱਕੀ ਜਾਂਦੇ ਨੇ। ਪੂਰੇ ਮੁਲਕ ਦੇ ਵਿੱਚ ਦਵਾਈਆਂ ਦੀਆਂ ਕਮੀਆਂ ਹੋਈਆਂ ਪਈਆਂ, ਟੀਕਿਆਂ ਦੀਆਂ ਕਈ ਸੂਬਿਆਂ ਨੇ ਕਹਿਤਾ ਸਾਨੂੰ ਕਮੀਆਂ ਹੋਈਆਂ ਪਈਆਂ। ਸਾਡਾ ਮੁਲਕ ਟੀਕੇ ਬਾਹਰ ਭੇਜੀ ਜਾਂਦਾ ਸੀ, ਪਹਿਲਾਂ ਆਪਣੇ ਖਾਣ ਜੋਗੇ ਤਾਂ ਕਰ ਲਓ। ਇਹ ਸਥਿਤੀਆਂ ਉਹੋ ਜਿਹੀਆਂ ਆ ਗਈਆਂ ਜਦੋਂ ਅਮਰੀਕਾ ਤੋਂ ਚੌਲ ਮੰਗਾਉਣੇ ਪੈਂਦੇ ਸੀ ਸਾਨੂੰ। ਇਹ ਤਾਂ ਪੰਜਾਬ ਦੇ ਕਿਸਾਨਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸਾਡੇ ਮੁਲਕ ਨੂੰ ਕਿ ਪੰਜਾਬ ਨੇ ਹਰੀ ਕ੍ਰਾਂਤੀ ਲਿਆਤੀ ਤੇ ਪੂਰੇ ਮੁਲਕ ਦੇ ਵਿੱਚ ਢਿੱਡ ਭਰਨ ਜੋਗਾ ਅਨਾਜ ਅਸੀਂ ਆਪ ਪੈਦਾ ਕਰਨ ਲੱਗ ਗਏ। ਭਾਵੇਂ ਉਹ ਵੀ ਆਪਣਾ ਅੰਦੋਲਨ ਚਲਾ ਰਹੇ ਨੇ, ਇਨਸਾਫ ਉਹਨਾਂ ਦੇ ਨਾਲ ਵੀ ਹਜੇ ਤੱਕ ਨਹੀਂ ਹੋਇਆ। ਪਰ ਸਥਿਤੀਆਂ ਕੋਵਿਡ ਦੇ ਟੀਕੇ ਤੇ ਵੀ ਉਹੋ ਜਿਹੀਆਂ ਨੇ। ਸਾਡਾ ਮੁਲਕ ਬਾਹਰ ਟੀਕੇ ਭੇਜੀ ਜਾਂਦਾ। ਆਪਣੇ ਕਹਿੰਦੇ ਹਜੇ 45 ਤੋਂ ਉੱਪਰ ਵਾਲਿਆਂ ਦੇ ਹੀ ਲੱਗਣੇ ਹੈ ਗਗਨ। ਸੋ ਆ ਦੇਖੋ, ਇਹਦੇ ਤੇ ਸਿਆਸਤ ਵੀ ਹੋ ਰਹੀ ਹੈ। ਹੁਣ ਮੈਂ ਮਨਮੋਹਨ ਸਿੰਘ ਉਹਨਾਂ ਦੀ ਗੱਲ ਪਹਿਲਾਂ ਕਰ ਲੈਣਾ। ਮਨਮੋਹਨ ਸਿੰਘ ਉਹਨਾਂ ਨੇ ਚਿੱਠੀ ਲਿਖੀ। ਮਨਮੋਹਨ ਸਿੰਘ ਕਹਿੰਦੇ ਸਾਡੇ ਮੁਲਕ 'ਚ ਮੋਦੀ ਸਾਹਿਬ ਸਭ ਤੋਂ ਪਹਿਲਾਂ ਜ਼ਰੂਰੀ ਇਹ ਹੈ ਕਿ ਅਸੀਂ ਟੀਕਾਕਰਨ ਨੂੰ ਮਜ਼ਬੂਤ ਕਰੀਏ। ਅਸੀਂ ਇਹ ਨਾ ਦੇਖੀਏ ਵੀ ਇੰਨੇ ਕੁ ਲੋਕਾਂ ਨੂੰ ਟੀਕਾ ਲੱਗ ਗਿਆ, ਅਸੀਂ ਇਹ ਦੇਖੀਏ ਸਾਡੀ ਕਿੰਨੇ % ਆਬਾਦੀ ਨੂੰ ਟੀਕਾ ਲੱਗ ਗਿਆ। ਗਗਨ, ਸਾਡੀ ਆਬਾਦੀ ਕਿੰਨੀ ਹੈ? 130 ਕਰੋੜ ਤੋਂ ਜ਼ਿਆਦਾ ਹੈ। 130 ਕਰੋੜ ਦਾ 1% ਕਿੰਨਾ ਹੋਇਆ ਹੈ ਗਗਨ? 130 ਕਰੋੜ ਦਾ 1% ਕਿੰਨਾ ਹੋਇਆ? ਮੈਂ ਮੋਟਾ ਦੱਸ ਦਿੰਦਾ। 100 ਕਰੋੜ ਦਾ 1% ਕਿੰਨਾ ਹੋਇਆ? 1 ਕਰੋੜ। ਤੇ 130 ਕਰੋੜ ਦਾ 1% ਕਿੰਨਾ ਹੋਇਆ? 1.3 ਕਰੋੜ। ਤੇ ਅਸੀਂ ਹਜੇ 10% ਵੀ ਮੁਲਕ 'ਚ ਟੀਕਾ ਨਹੀਂ ਲਾ ਸਕੇ ਕੁੱਲ ਆਬਾਦੀ ਨੂੰ। ਤੁਹਾਨੂੰ ਲੱਗਦਾ ਗਗਨ ਕਿ ਸਾਡੇ ਮੁਲਕ ਦੇ ਵਿੱਚ 10% ਲੋਕਾਂ ਨੂੰ ਟੀਕਾ ਲੱਗ ਗਿਆ ਹੋਊਗਾ? 13 ਕਰੋੜ ਲੋਕਾਂ ਨੂੰ ਟੀਕਾ ਲੱਗ ਗਿਆ ਹੋਊਗਾ। ਆਪਾਂ 13 ਕਰੋੜ ਹੀ ਲੈ ਲਈਏ। 130 ਦਾ 10% 13 ਕਰੋੜ ਲੱਗ ਗਿਆ। 13 ਕਰੋੜ। ਅਸੀਂ ਅੱਜ ਤੱਕ 10% ਆਬਾਦੀ ਨੂੰ ਟੀਕਾ ਹੀ ਨਹੀਂ ਲਾ ਸਕੇ। ਅਸੀਂ ਬਾਹਰ ਟੀਕੇ ਭੇਜੀ ਜਾਂਦੇ ਹਾਂ। ਅਸੀਂ ਟੀਕੇ ਬਾਹਰ ਭੇਜੀ ਜਾਂਦੇ ਹਾਂ। ਬਾਹਰਲੇ ਮੁਲਕ ਆਪਣੇ ਘਰਾਂ ਨੂੰ ਪਹਿਲਾਂ ਨਹੀਂ ਹੈ ਜੀ। ਸਾਨੂੰ ਕਿਹੜਾ ਅਮਰੀਕਾ ਮੁਫਤ 'ਚ ਅਨਾਜ ਦਿੰਦਾ ਸੀ? ਆ ਤੁਸੀਂ ਦੇਖੋ, ਆ ਇੱਕ ਦਵਾਈ ਹੈ ਰੈਮੀ ਡੈਮਿਸਿਵਰ, ਇੱਦਾਂ ਦਾ ਕੋਈ ਨਾਮ ਹੈ ਉਹਦਾ, ਮੈਨੂੰ ਪੂਰਾ ਲੈਣਾ ਨਹੀਂ ਆਉਂਦਾ। ਆ ਪਿੱਛੇ ਜੇ ਅਮਰੀਕਾ ਨੂੰ ਭੇਜੀ ਸੀ ਆਪਾਂ ਕਿੰਨੀ, ਉਦੋਂ ਗੱਲਾਂ ਹੋਈਆਂ ਵੀ ਇੰਡੀਆ ਕੋਲੇ ਬਹੁਤ ਉਤਪਾਦਨ ਦੀ ਤਾਕਤ ਹੈ, ਸਾਡੇ ਘਾਟਾ ਨਹੀਂ ਪੈਂਦਾ। ਆਹ ਲੈ ਬਲੈਕ 'ਚ ਵਿਕਦੀਆਂ ਸੀ ਦਵਾਈਆਂ। ਆ ਲੋਕਾਂ ਨੂੰ ਆ ਦਵਾਈ ਨਹੀਂ ਮਿਲ ਰਹੀ ਗਗਨ। ਤੁਸੀਂ ਦੇਖੋ ਦਵਾਈਆਂ ਦਾ ਸੰਕਟ, ਔਰ ਕਿੰਨੀ ਤਰ੍ਹਾਂ ਦੀਆਂ ਦਵਾਈਆਂ ਡਾਕਟਰ ਵਰਤ ਰਹੇ ਨੇ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਦੇ ਵਿੱਚ। ਆਕਸੀਜਨ ਦੀ ਕਮੀ ਹੈ, ਬੈੱਡਾਂ ਦੀ ਕਮੀ ਹੈ, ਹਸਪਤਾਲਾਂ ਦੀ ਕਮੀ ਹੈ, ਟੈਸਟਾਂ ਦੀ ਕਮੀ ਹੈ, ਵੈਕਸੀਨੇਸ਼ਨ ਦੀ ਕਮੀ ਹੈ। ਤੇ ਸਾਡੇ ਲੀਡਰ ਕਿੱਧਰ ਰੁੱਝੇ ਨੇ? ਰੈਲੀਆਂ ਕਰਨ 'ਚ। ਸਾਡੀ ਸਰਕਾਰ ਬਣਾਓ। ਆ ਰਾਹੁਲ ਗਾਂਧੀ ਨੇ ਕੱਲ ਟਵੀਟ ਕੀਤਾ ਵੀ ਮੈਂ ਹੁਣ ਪੱਛਮੀ ਬੰਗਾਲ 'ਚ ਰੈਲੀਆਂ ਨਹੀਂ ਕਰਨੀਆਂ। ਉਹ ਸ਼ੁਕਰ ਹੈ ਤੇਰੇ ਰਾਹੁਲ ਗਾਂਧੀ, ਚੱਜ ਦਾ ਕੰਮ ਕੀਤਾ। ਸਾਰੇ ਮੁਲਕ ਦੇ ਲੀਡਰਾਂ ਨੂੰ ਇਸ ਵਕਤ ਰੈਲੀਆਂ ਬੰਦ ਕਰਕੇ
ਮੁਲਕ ਦੇ ਹਾਲਾਤਾਂ ਨੂੰ ਸੰਭਾਲਣ ਵਾਲੇ ਪਾਸੇ ਕੰਮ ਕਰਨਾ ਚਾਹੀਦਾ। ਗਗਨ, ਸਾਡੇ ਲੀਡਰ ਐਡੇ ਕਾਬਲ, ਐਡੇ ਸਿਆਣੇ ਨੇ, ਸਾਨੂੰ ਇਹੋ ਜਿਹੀ ਗੱਲ ਕਹਿਣੀ ਨਹੀਂ ਚਾਹੀਦੀ। ਮੈਂ ਹੈਰਾਨ ਹੁੰਨਾ, ਲੋਕ ਲੀਡਰਾਂ ਦਾ ਮਜ਼ਾਕ ਉਡਾਉਂਦੇ ਨੇ ਬਾਜ਼ਾਰਾਂ 'ਚ। ਲੋਕ ਇਹ ਕਹਿਣ ਲੱਗ ਗਏ ਵੀ ਰੈਲੀਆਂ 'ਚ ਨਹੀਂ ਕਰੋਨਾ ਹੁੰਦਾ। ਆ ਦਿੱਲੀ ਵਾਲਾ ਅਰਵਿੰਦ ਕੇਜਰੀਵਾਲ ਦੇਖੋ, ਹੁਣ ਕਹਿੰਦਾ ਸਾਡੇ ਕੋਲੇ ਬੈੱਡ ਹੈ ਨਹੀਂ। ਜਿਹੜਾ ਇੱਕ ਦਿਨ ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ ਖਰਾਬ ਕੀਤਾ ਰੈਲੀ ਕਰਨ ਤੇ, ਚਲੋ ਮੈਂ ਖਰਾਬ ਕਰਨਾ ਨਹੀਂ ਕਹੂੰਗਾ, ਪਰ ਮੈਂ ਇਸ ਕਰਕੇ ਖਰਾਬ ਕਰਨਾ ਕਹਿ ਰਿਹਾ ਕਿਉਂਕਿ ਜਿੱਦਣ ਕੇਜਰੀਵਾਲ ਨੇ ਪੰਜਾਬ 'ਚ ਆ ਕੇ ਰੈਲੀ ਕੀਤੀ ਨਾ ਗਗਨ, 21 ਤਰੀਕ ਨੂੰ ਰੈਲੀ ਕੀਤੀ, 22 ਤਰੀਕ ਨੂੰ ਸਾਡੇ ਪੰਜਾਬ 'ਚ ਵੀ 2000 ਤੋਂ ਵੱਧ ਕੇਸ ਸੀ। 21 ਨੂੰ ਵੀ ਕੇਸ ਕਾਫੀ ਜ਼ਿਆਦਾ ਸੀ, ਹੁਣ ਮੈਨੂੰ ਪੂਰਾ ਅੰਕੜਾ ਨਹੀਂ ਪਤਾ। 22 ਤਰੀਕ ਨੂੰ ਵੀ ਕਈ ਲੋਕ ਦੁਨੀਆ ਤੋਂ ਚੜ੍ਹਾਈ ਕੀਤੇ ਸੀ, 21 ਨੂੰ ਵੀ ਕੀਤੇ ਸੀ। ਜਿੱਦਣ ਕੇਜਰੀਵਾਲ ਇੱਥੇ ਸਿਆਸੀ ਰੈਲੀ ਕਰ ਰਿਹਾ ਸੀ, ਦਿੱਲੀੋਂ ਅੰਮ੍ਰਿਤਸਰ ਆਇਆ, ਅੰਮ੍ਰਿਤਸਰੋਂ ਬਾਘਾ ਪੁਰਾਣਾ ਰੈਲੀ ਤੇ ਆਇਆ। ਅੱਜ ਦਿੱਲੀ 'ਚ ਕੇਜਰੀਵਾਲ ਕਹਿੰਦਾ, ਕੱਲ ਮੈਂ ਬਿਆਨ ਸੁਣਦਾ ਸੀ, ਕਹਿੰਦਾ ਸਾਡੇ ਕੋਲੇ ਬੈੱਡ ਹੈ ਨਹੀਂ, ਆਕਸੀਜਨ ਦੀ ਕਮੀ ਹੈ। ਉਹ ਇੱਕ ਦਿਨ 21 ਮਾਰਚ ਦਾ ਇਸ ਕੰਮ ਤੇ ਲਾਉਣਾ ਸੀ ਵੀ ਆਪਾਂ ਉਹਦੇ ਨਾਲ ਪੰਜਾਬ ਵੀ ਬਚਦਾ। ਕਿੰਨਾ ਰਸ਼ ਪੰਜਾਬ 'ਚ ਵੀ ਤੁਸੀਂ ਕੀਤਾ ਹੈ ਗਗਨ। ਸੋ ਰੈਲੀਆਂ 'ਚ ਇਹਨਾਂ ਨੂੰ ਆਪਣੀਆਂ ਰੈਲੀਆਂ ਤੇ ਆਪ ਰੋਕ ਨਹੀਂ ਲਾਉਂਦੇ। अब मैं सुखबीर बादल की गल करता हूँ। सुखबीर बादल पॉजिटिव हो गया, हस्पताल दाखिल रहा, ठीक होंदे ही फिर रैली ते मेरा ख्याल वो वाघा सरहद कोले रैली की सी, फिर उत्थे सुखबीर बादल पहुँच गया। वो तो कैप्टन अमरिंदर ने रोक लाई पंजाब च रैलियां ते, तां रैलियां ते ठल पई, नहीं तो पंजाब च स्थितियां होर खतरनाक हो सकदियां सी। आ दिल्ली च देखो गुरुद्वारां दीयां चोणां हो रही ने, पश्चिमी बंगाल च चोणां हो रही ने, करनाटका कई सूबे ने चोणां हो रही ने। इलैक्शन कमिशन नूं और सुप्रीम कोर्ट नूं चाहीदा इहो ਜਿਹੇ मौके ਜਦੋਂ 2 ਲੱਖ ਤੋਂ ਜ਼ਿਆਦਾ ਲੋਕ ਆ ਰਹੇ ਨੇ ਹਰ ਰੋਜ਼ ਬਿਮਾਰ ਹੋ ਕੇ, ਬੈੱਡ ਸਾਡੇ ਕੋਲੇ ਹੈ ਨਹੀਂ, ਅਸੀਂ ਆਪਣਾ ਸਾਰਾ ਅਮਲਾ ਚੋਣਾਂ ਤੇ ਲਾ ਰੱਖਿਆ। ਦੱਸੋ, ਥੋੜੀ ਦੇਰ ਰਾਸ਼ਟਰਪਤੀ ਸ਼ਾਸਨ ਲਾ ਲਓ, ਉੱਥੇ ਅੱਗੇ ਪਿੱਛੇ ਵੀ ਤਾਂ ਰਾਸ਼ਟਰਪਤੀ ਸ਼ਾਸਨ ਲੱਗਦੇ ਆ। ਤੁਸੀਂ ਲੀਡਰਾਂ ਦੀ ਕਾਹਲੀ ਦੇਖੋ, ਆ ਮੁੰਬਈ ਵਾਲਿਆਂ ਨੇ ਸਵੇਰੇ 5 ਵਜੇ ਹੀ ਸਹੁੰ ਚੁਕਾਤੀ ਸੀ, ਹੈ ਜੀ। ਉਹ 5 ਵਜੇ ਕੋਈ ਮੀਟਿੰਗ ਹੀ ਕਰ ਲਓ ਵੀ ਅਸੀਂ ਰੈਲੀਆਂ ਰੱਦ ਕਰਦੇ ਹਾਂ ਪੂਰੇ ਮੁਲਕ 'ਚ ਤੇ ਆਪਾਂ ਕੋਵਿਡ ਦੇ ਖਿਲਾਫ ਲੜਾਈ ਕਰਨੀ ਹੈ, सवेरे 5 बजे रैली कर लो। सो स्थितियां चिंताजनक ने। और प्रधानमंत्री ने, मनमोहन सिंह साबका प्रधानमंत्री ने, उन्होंने बड़ी वाजिब गल लिखी है साडे मुल्क के प्रधानमंत्री नूं, नरेंद्र मोदी होना नूं, कि सानू बहुत ध्यान केंद्रित करने की लोड़ है। असीं कोई योजना बनाईए जिहदे नाल वध तो वध साडी आबादी नूं टीकाकरण होवे और असीं 6-6 महीने का कोई अपना टारगेट सैट करिए। और असीं पश्चिमी बंगाल की बीबी ममता बनर्जी आ, वो तो कहंदी इस्तीफा दे दिओ मोदी साहब, मुल्क च तुसीं रैलियां कर रहे हो तो मुल्क च इन्ना कुछ हो रहा। रैलियां तो बीबी तू भी कर रही है पश्चिमी बंगाल वाली, या तो होवे ना ममता बनर्जी कह दे भी मैं रैलियां नहीं करनियां, मुल्क च कोविड काफ़ी ज़्यादा चिंताजनक है, मैं नहीं रैलियां करनियां, तो मंग करे ममता बनर्जी, कहती मोदी साहब नूं कहंदी इस्तीफा दे दो। सियासत फिर करती बीबी ने भी, बीबी कहंदी मोदी साहब नूं इस्तीफा दे देना चाहिए, मैं इस्तीफा मंगदी हाँ, पर नाल अपना भी इस्तीफा दे दे बीबी। मोदी साहब रैलियां तो किसी को नहीं करनियां चाहिए, प्रधानमंत्री साहब नूं भी इस वक्त फोकस प्रबंधां ते करना चाहिए। क्योंकि प्रधानमंत्री साहब अगर वो जिहड़ियां अजकल वीडियो कॉन्फ्रेंसिंगां हुंदियां गगन, उहदे ते बह जाण ना मोदी साहब कमरे 'च डाइनिंग टेबल ते अफसरां नाल मीटिंगां करन वीडियो ते, ਉਹਦੇ ਨਾਲ ਅੱਧਾ ਮਸਲਾ ਨਿਬੜ ਜੇ। ਆ ਦਵਾਈ ਦੇਖੋ ਕਿੱਡੀ ਕਿੱਡੀ ਮਹਿੰਗੀ ਲੋਕਾਂ ਨੂੰ ਮਿਲ ਰਹੀ ਸੀ, ਹੈਰਾਨ ਸੀ ਮੈਂ ਤਾਂ ਦੇਖ ਕੇ, ਸੁਣ ਕੇ ਖਬਰਾਂ, ਕਿੰਨੇ ਲੋਕ ਸਾਡੇ ਦੁਨੀਆ ਤੋਂ ਚਲੇ ਗਏ। ਸੋ ਇਸ ਕਰਕੇ ਪ੍ਰਧਾਨ ਮੰਤਰੀ ਦੀ ਜਿਹੜੀ ਚਿੱਠੀ ਹੈ ਮਨਮੋਹਨ ਸਿੰਘ ਉਹਨਾਂ ਦੀ, ਉਹ ਬੜੀ ਗੰਭੀਰਤਾਪੂਰਵਕ ਚਿੱਠੀ ਹੈ। ਮੈਨੂੰ ਉਮੀਦ ਹੈ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਗੰਭੀਰਤਾ ਦੇ ਨਾਲ ਇਸ ਚਿੱਠੀ ਨੂੰ ਲੈਣਗੇ ਔਰ ਇਹ ਨਹੀਂ ਸੋਚਣਗੇ ਵੀ ਸਾਬਕਾ ਪ੍ਰਧਾਨ ਮੰਤਰੀ ਨੇ ਮੈਨੂੰ ਚਿੱਠੀ ਲਿਖੀ ਹੈ। ਇਹ ਸੋਚਣਗੇ ਕਿ ਇੱਕ ਬਹੁਤ ਵੱਡੇ ਵਿਦਵਾਨ ਵਿਅਕਤੀ ਨੇ ਮੈਨੂੰ ਚਿੱਠੀ ਲਿਖੀ ਹੈ ਔਰ ਇਸ ਗੱਲ 'ਚ ਦਮ ਹੈ ਔਰ ਕੋਵਿਡ ਦੀਆਂ ਸਥਿਤੀਆਂ ਕੰਟਰੋਲ ਕਰਨ ਦੀ ਲੋੜ ਹੈ। ਨਹੀਂ ਤਾਂ ਮੁਲਕ 'ਚ ਸਾਡੇ ਕੋਵਿਡ ਦੀਆਂ ਸਥਿਤੀਆਂ, ਆਕਸੀਜਨ ਦੀ ਕਮੀ, ਬੈੱਡਾਂ ਦੀ ਕਮੀ, ਹਸਪਤਾਲਾਂ ਦੀ ਕਮੀ, ਟੈਸਟਾਂ ਦੀ ਕਮੀ, ਕਮੀਆਂ ਹੀ ਕਮੀਆਂ ਨੇ। और टीका बिल्कुल खोल देना चाहिए सारिਆਂ ਲਈ। सरकार कोई प्रबंध करे कि हर व्यक्ति है जिहड़ा वो टीका लवा सके ताकि वध तो वध व्यक्तियों को टीके लगन। सरकार को कोई इहदा प्रबंध करना चाहिए और दूजे मुल्कों को हुण टीका नहीं भेजना चाहिए। अब पता लग्या कहते कई मुल्कों ने तो स्टोर कर लए अपने टीके, तो जे साडे कोले टीके पूरे ने तो सरकार आंकड़ा दे दे भी भाई आ 25 करोड़ टीके बने पे हैं जी। जिवें सरकार कहती है भी खात्यां 'ਚ पैसे भेज देंगे 72 घंटिਆਂ 'ਚ किसानां दे, है जी, आए नहीं हजे पंजाब 'ਚ। आ कैप्टन अमरिंदर दी सरकार, कैप्टन ते पंजाब दे मंत्री भी गगन मैं सुनदा सी पहलां, कहंदे सी असीं तां हर हालत दे विच आड़तियां दे जरिए खरीद करावांगे। आ लै हुण मंडियां 'ਚ किसान रुली जांदे ने साडे। आ खरीद पता नहीं ऐतकी खरीद नूं की हो गया,
ਆ ਕੈਪਟਨ ਅਮਰਿੰਦਰ ਤੋਂ ਵੀ ਨਹੀਂ ਸੰਭਲੀ ਐਤਕੀ ਖਰੀਦ। ਕਹਿੰਦੇ ਸੀ ਕੈਪਟਨ ਦੇ ਰਾਜ 'ਚ ਕਿਸਾਨ ਮੰਡੀਆਂ 'ਚ ਨਹੀਂ ਰੁਲਦਾ, ਪਰ ਐਤਕੀ ਰੁਲੀ ਜਾ ਰਿਹਾ। ਸੋ ਕੈਪਟਨ ਅਮਰਿੰਦਰ ਨੂੰ ਚਾਹੀਦਾ ਇਸ ਪਾਸੇ ਵੀ ਧਿਆਨ ਦੇ ਲੈਣ ਵਕਤ ਤੋਂ ਪਹਿਲਾਂ, ਕਿਉਂਕਿ 130 ਲੱਖ ਮੀਟ੍ਰਿਕ ਟਨ ਕਣਕ ਬਹੁਤ ਹੁੰਦੀ ਹੈ। ਜੇ ਆਉਂਦੇ ਦਿਨਾਂ 'ਚ ਕਿਤੇ ਮੀਂਹ ਮੂੰਹ ਪੈ ਗਿਆ ਹੋਰ ਨੁਕਸਾਨ ਹੋ ਸਕਦਾ। ਬਿਲਕੁਲ। ਸੋ ਇਸ ਦੇ ਨਾਲ ਹੀ ਜਿਹੜਾ ਪਿਛਲੇ ਦਿਨੀ ਵੀ ਨੁਕਸਾਨ ਬਹੁਤ ਵੱਡੇ ਪੱਧਰ ਦੇ ਤੇ ਮੰਡੀਆਂ ਦੇ ਵਿੱਚ ਵੇਖਣ ਨੂੰ ਮਿਲਿਆ, ਗੜੇਮਾਰੀ ਕਈ ਜਗ੍ਹਾ ਦੇ ਉੱਤੇ ਹੋਈ ਹੈ। ਤੇ ਡੱਲਾ ਸਾਹਿਬ ਉਧਰ ਦੂਜੇ ਪਾਸੇ ਪੰਜਾਬ ਦੀ ਸਿਆਸਤ ਦੇ ਵੱਲ ਵਧੀਏ ਤਾਂ ਇੱਕ ਚਿੱਠੀ ਦਾ ਜ਼ਿਕਰ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਹੋਣਾ ਨੂੰ ਐਚਐਸ ਫੂਲਕਾ ਹੁਣੇ ਚਿੱਠੀ ਲਿਖਦੇ ਨੇ। ਕਾਫੀ ਲੰਬੀ ਚੌੜੀ ਚਿੱਠੀ ਜਿਹੜੀ ਲਿਖੀ ਹੈ, ਜਿਸ ਦੇ ਵਿੱਚ 2018 ਤੋਂ ਗੱਲਬਾਤ ਸ਼ੁਰੂ ਕੀਤੀ ਹੈ। ਕੀ ਇਸ ਚਿੱਠੀ ਦਾ ਮਤਲਬ ਵੇਖਦੇ ਹੋ ਪੰਜਾਬ ਦੀ ਸਿਆਸਤ ਦੇ ਵਿੱਚ ਚਰਚਾਵਾਂ ਨੇ ਕਿ ਨਵਜੋਤ ਸਿੰਘ ਸਿੱਧੂ ਜੇਕਰ ਕੋਈ ਫਰੰਟ ਬਣਾਉਂਦੇ ਨੇ ਤਾਂ ਐਚਐਸ ਫੂਲਕਾ ਫਿਰ ਤੋਂ ਸਾਥ ਦੇ ਸਕਦੇ ਨੇ? ਦੇਖੋ, ਮੈਨੂੰ ਤਾਂ ਇਹ ਲੱਗਦਾ ਗਗਨ, ਹਰਵਿੰਦਰ ਸਿੰਘ ਫੂਲਕਾ, ਐਚਐਸ ਫੂਲਕਾ ਬੜੇ ਸੀਨੀਅਰ ਵਕੀਲ ਨੇ। ਪਿੱਛੇ ਜੇ ਕਿਸਾਨ ਅੰਦੋਲਨ ਦੇ ਵਿੱਚ ਵੀ ਕਿਸਾਨਾਂ ਦੇ ਪੱਖ 'ਚ ਉਹਨਾਂ ਨੇ ਕੇਸ ਲੜਿਆ ਸੀ, ਜਿਹੜੇ ਹੋਰ ਸੀਨੀਅਰ ਵਕੀਲ ਸੀ ਉਹਨਾਂ ਦੇ ਨਾਲ ਮਿਲ ਕੇ, ਔਰ ਪੰਜਾਬ ਦੇ ਹੱਕ 'ਚ ਐਚਐਸ ਫੂਲਕਾ ਖੜੇ ਰਹਿੰਦੇ ਨੇ। ਔਰ ਬੇਅਦਬੀਆਂ ਦੇ ਰੋਸ ਵਜੋਂ ਉਹਨਾਂ ਨੇ ਵੀ ਆਪਣੀ ਵਿਧਾਇਕੀ ਤੋਂ ਅਸਤੀਫਾ ਦਿੱਤਾ ਸੀ। ਹੁਣ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੇ ਚਿੱਠੀ ਲਿਖੀ ਹੈ, ਇਹਦੇ ਬਹੁਤ ਗਹਿਰੇ ਮਤਲਬ ਨੇ। ਚਿੱਠੀਆਂ ਉਦੋਂ ਲਿਖੀਆਂ ਜਾਂਦੀਆਂ ਨੇ ਜਦੋਂ ਬਹੁਤ ਜ਼ਿਆਦਾ ਉਮੀਦ ਕਿਸੇ ਤੋਂ ਹੁੰਦੀ ਹੈ। ਦੇਖੋ, ਡਾਕਟਰ ਮਨਮੋਹਨ ਸਿੰਘ ਉਹਨਾਂ ਨੂੰ ਬਹੁਤ ਉਮੀਦ ਹੈ ਨਰਿੰਦਰ ਮੋਦੀ ਉਹਨਾਂ ਤੋਂ ਵੀ, ਤਾਂ ਹੀ ਚਿੱਠੀ ਲਿਖੀ ਹੈ ਡਾਕਟਰ ਮਨਮੋਹਨ ਸਿੰਘ ਨੇ ਵੀ। ਔਰ ਨਵਜੋਤ ਸਿੰਘ ਸਿੱਧੂ ਨੂੰ ਵੀ ਜਿਹੜੀ ਚਿੱਠੀ ਲਿਖੀ ਹੈ ਹਰਵਿੰਦਰ ਸਿੰਘ ਫੂਲਕਾ ਉਹਨਾਂ ਨੇ, ਐਚਐਸ ਫੂਲਕਾ ਉਹਨਾਂ ਨੂੰ ਬੜੀ ਉਮੀਦ ਹੈ ਨਵਜੋਤ ਸਿੰਘ ਸਿੱਧੂ ਤੋਂ ਵੀ। ਉਹਨਾਂ ਨੇ ਪਹਿਲੇ ਸ਼ਬਦ ਹੀ ਲਿਖੇ ਨੇ ਸਿੱਧੂ ਨੂੰ, ਕਹਿੰਦੇ ਸਰਦਾਰ ਸਾਹਿਬ ਮੈਂ ਤੁਹਾਡੀ ਬਹੁਤ ਕਦਰ ਕਰਦਾ ਤੇ ਸਾਰਾ ਪੰਜਾਬ ਵੀ ਤੁਹਾਡੀ ਕਦਰ ਕਰਦਾ ਹੈ। ਮੇਰੇ ਵਾਂਗੂ ਸਾਰੇ ਪੰਜਾਬ ਨੂੰ ਵੀ ਤੁਹਾਡੇ ਕੋਲੋਂ ਬਹੁਤ ਉਮੀਦਾਂ ਨੇ, ਇਸ ਕਰਕੇ ਮੈਂ ਚਿੱਠੀ ਖਾਸ ਤੌਰ ਤੇ ਤੁਹਾਨੂੰ ਲਿਖ ਰਿਹਾ। ਉਹਨਾਂ ਨੇ ਕਈ ਵੱਡੀਆਂ ਗੱਲਾਂ ਕੀਤੀਆਂ, ਮੈਂ ਕਾਹਲੀ 'ਚ ਪੜ੍ਹ ਦਿੰਦਾ। ਫੂਲਕਾ ਸਾਹਿਬ ਕਹਿੰਦੇ, ਸਿੱਧੂ ਸਾਹਿਬ ਤੁਹਾਨੂੰ ਯਾਦ ਹੋਵੇਗਾ ਜਦੋਂ ਅਗਸਤ 2018 'ਚ ਵਿਧਾਨ ਸਭਾ 'ਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਉੱਪਰ ਬਹਿਸ ਚੱਲ ਰਹੀ ਸੀ ਤਾਂ ਉਸ ਟਾਈਮ ਤੁਸੀਂ ਵੀ ਤੇ ਮੈਂ ਵੀ ਵਿਧਾਨ ਸਭਾ 'ਚ ਕੀ ਕਿਹਾ ਸੀ। ਅੱਜ 2.5 ਸਾਲ ਬਾਅਦ ਉਹਨਾਂ ਗੱਲਾਂ ਨੂੰ ਯਾਦ ਕਰਨ ਅਤੇ ਉਸ ਉੱਪਰ ਸਮੀਖਿਆ ਕਰਨ ਦਾ ਵੇਲਾ ਆ ਗਿਆ। ਅੱਜ 2.5 ਸਾਲ ਬਾਅਦ ਵੀ ਜਿਹੜੀ ਕਾਰਵਾਈ ਦੀ ਅਸੀਂ ਉਸ ਵੇਲੇ ਸਦਨ 'ਚ ਮੰਗ ਕਰ ਰਹੇ ਸੀ ਉਸ ਉੱਪਰ ਅੱਜ ਤੱਕ ਕੋਈ ਕੰਮ ਨਹੀਂ ਹੋਇਆ ਤੇ ਮਾਮਲਾ ਉੱਥੇ ਦਾ ਉੱਥੇ ਹੀ ਖੜਾ। ਇਸ ਕਰਕੇ ਮੈਂ ਤੁਹਾਨੂੰ ਉਹ ਸਾਰੀ ਗੱਲ ਯਾਦ ਕਰਵਾ ਕੇ ਤੁਹਾਨੂੰ ਬੇਨਤੀ ਕਰਦਾ ਕਿ ਹੁਣ ਮੌਕਾ ਹੈ ਕਿ ਕੁਝ ਕਾਰਵਾਈ ਵੀ ਕੀਤੀ ਜਾਵੇ। ਸੋ ਸਿੱਧੂ ਸਾਹਿਬ ਨੂੰ ਕਹਿ ਰਹੇ ਨੇ ਹੁਣ ਮੌਕਾ ਹੈ ਕਿ ਕਾਰਵਾਈ ਵੀ ਕੀਤੀ ਜਾਵੇ। ਅਗਰ ਹੁਣ ਵੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸਿਰਫ ਪੰਜਾਬ ਹੀ ਨਹੀਂ ਬਲਕਿ ਗੁਰੂ ਵੀ ਸਾਨੂੰ ਮਾਫ ਨਹੀਂ ਕਰੇਗਾ। ਪੰਜਾਬ ਵਿਧਾਨ ਸਭਾ ਵਿੱਚ ਉਸ ਵੇਲੇ ਜਿਹੜੇ ਮੰਤਰੀਆਂ ਨੇ ਜਿਹੜੀਆਂ ਤਕਰੀਰਾਂ ਕੀਤੀਆਂ ਉਸ ਵਿੱਚੋਂ ਇੱਕ ਵੀ ਗੱਲ ਸੱਚ ਨਹੀਂ ਹੋਈ। ਤੁਸੀਂ ਵਿਧਾਨ ਸਭਾ ਦੇ ਵਿੱਚ ਝੋਲੀ ਅੱਡ ਕੇ ਇਨਸਾਫ ਦੀ ਮੰਗ ਕੀਤੀ ਸੀ, ਪਰ ਹੁਣ ਮੌਕਾ ਝੋਲੀ ਅੱਡਣ ਦਾ ਨਹੀਂ, ਹੁਣ ਮੌਕਾ ਕਾਰਵਾਈ ਕਰਨ ਦਾ ਆ ਗਿਆ। ਸਿੱਧੂ ਸਾਹਿਬ, ਇਹ ਮੈਂ ਨਹੀਂ ਸਾਰਾ ਪੰਜਾਬ ਜਾਣਦਾ ਹੈ ਕਿ ਤੁਸੀਂ ਆਪਣੀ ਹੀ ਸਰਕਾਰ ਦੇ ਖਿਲਾਫ ਖੜੇ ਹੋਣ ਦੀ ਜੁਰਅਤ ਰੱਖਦੇ ਹੋ। ਹੁਣ ਤੁਸੀਂ ਆਪਣੀ ਅਸਲ ਰੰਗਤ ਤੇ ਆ ਜਾਓ ਤੇ ਹੁਣ ਇਹ ਝੂਠੇ ਵਾਅਦੇ ਕਰਨ ਵਾਲਿਆਂ ਨੂੰ ਅੱਗੇ ਹੋ ਕੇ ਹਿੰਮਤ ਕਰੋ। ਸੋ ਕੁਝ ਸ਼ਬਦ ਨੇ ਜਿਹੜੇ ਉਹ ਇਨ ਬਿਨ ਨਹੀਂ ਮੈਂ ਵਰਤੇ, ਹਰੇਕ ਦਾ ਸ਼ਬਦ ਵਰਤਣ ਦਾ ਆਪਣਾ ਤਰੀਕਾ ਹੁੰਦਾ। ਸੋ ਹੁਣ ਇੱਕ ਤਰੀਕੇ ਨਾਲ ਹਰਵਿੰਦਰ ਸਿੰਘ ਫੂਲਕਾ ਉਹਨਾਂ ਨੇ, ਐਚਐਸ ਫੂਲਕਾ ਉਹਨਾਂ ਨੇ ਇਹ ਕਹਿਤਾ ਕਿ ਤੁਸੀਂ ਸਾਰੇ ਝੋਲੀ ਅੱਡਣ ਵਾਲੇ ਸੀ, ਝੋਲੀਆਂ ਅੱਡੀਆਂ ਸੀ। ਸਿੱਧੂ ਨੇ ਵੀ ਹੁਣ ਕੁਝ ਨਹੀਂ ਹੋਇਆ, ਹੁਣ ਮੌਕਾ ਆ ਗਿਆ ਕਿ ਆਪਾਂ ਕਾਰਵਾਈ ਕਰਾਈਏ ਔਰ ਤੁਸੀਂ ਹਿੰਮਤ ਕਰੋ ਕਿਉਂਕਿ ਤੁਸੀਂ ਜੁਰਅਤ ਰੱਖਦੇ ਹੋ ਆਪਣੀ ਸਰਕਾਰ ਦੇ ਅੱਗੇ ਵੀ ਕੋਈ ਮੁੱਦਾ ਚੱਕਣ ਦੇ ਲਈ। ਸੋ ਇੱਕ ਤਰੀਕੇ ਨਾਲ ਐਚਐਸ ਫੂਲਕਾ ਨੇ ਇੱਕ ਵੱਡੀ ਜ਼ਿੰਮੇਵਾਰੀ ਨਵਜੋਤ ਸਿੰਘ ਸਿੱਧੂ ਦੇ ਮੋਢਿਆਂ ਤੇ ਲਾਤੀ ਵੀ ਨਵਜੋਤ ਸਿੰਘ ਸਿੱਧੂ ਜੀ ਤੁਸੀਂ ਅੱਗੇ ਹੋ ਕੇ ਲੜਾਈ ਲੜੋ। ਹੁਣ ਨਵਜੋਤ ਸਿੰਘ ਸਿੱਧੂ ਇਸ ਚਿੱਠੀ ਨੂੰ ਕਿਵੇਂ ਦੇਖਦੇ ਨੇ? ਠੀਕ ਉਸੇ ਤਰ੍ਹਾਂ ਜ਼ਰੂਰੀ ਹੈ ਜਿਵੇਂ ਮਨਮੋਹਨ ਸਿੰਘ ਦੀ ਚਿੱਠੀ ਨੂੰ ਪ੍ਰਧਾਨ ਮੰਤਰੀ ਸਾਹਿਬ ਲਈ ਦੇਖਣਾ ਬਹੁਤ ਜ਼ਰੂਰੀ ਹੈ, ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਲਈ ਵੀ ਐਚਐਸ ਫੂਲਕਾ ਉਹਨਾਂ ਦੀ ਚਿੱਠੀ ਨੂੰ ਪੜ੍ਹ ਕੇ ਸਮਝ ਕੇ ਉਹਦੇ ਮੁਤਾਬਕ ਸੁਝਾਅ ਲੈ ਕੇ ਅੱਗੇ ਵਧਣਾ ਬੜਾ ਜ਼ਰੂਰੀ ਹੈ। ਔਰ ਮੈਨੂੰ ਪੂਰੀ ਆਸ ਹੈ ਕਿ ਨਵਜੋਤ ਸਿੰਘ ਸਿੱਧੂ ਜ਼ਰੂਰ ਐਚਐਸ ਫੂਲਕਾ ਉਹਨਾਂ ਦੀ ਚਿੱਠੀ ਨੂੰ ਸਤਿਕਾਰ ਦਿੰਦੇ ਹੋਏ ਉਹਦੇ ਮੁਤਾਬਕ ਅੱਗੇ ਵਧਣਗੇ। ਔਰ ਮੈਨੂੰ ਇਹ ਲੱਗਦਾ ਗਗਨ ਕਿ ਉਹ ਵੇਲਾ ਆ ਗਿਆ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਭਾਵੇਂ ਮਹੀਨਾ 2 ਮਹੀਨੇ ਲੈ ਲੈਣ, ਹੋਰ ਇਸ ਤੋਂ ਵੱਧ ਸਮਾਂ ਨਹੀਂ ਸਿੱਧੂ ਕੋਲੇ ਵੀ ਹੋਣਾ। ਹੁਣ ਵੇਲਾ ਆ ਗਿਆ ਮਹੀਨੇ 2 ਮਹੀਨਿਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਅਸਤੀਫਾ ਦੇ ਦੇਣ ਪੰਜਾਬ ਦੀ ਵਿਧਾਨ ਸਭਾ ਤੋਂ ਔਰ ਖੁੱਲ੍ਹ ਕੇ ਸਰਕਾਰ ਤੋਂ, ਆਪਣੀ ਸਰਕਾਰ ਤੋਂ ਖੁੱਲ੍ਹ ਕੇ ਸਵਾਲ ਕਰਨ। ਕਿਉਂਕਿ ਜੇ ਸਰਕਾਰ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਦੇਣ ਨੂੰ ਤਿਆਰ ਨਹੀਂ ਤਾਂ ਸਿੱਧੂ ਅਸਤੀਫਾ ਦੇ ਕੇ ਬੋਝ ਮੁਕਤ ਹੋ ਕੇ ਸਵਾਲ ਕਰੇ ਵੀ ਹੁਣ ਤਾਂ ਮੈਂ ਐਮਐਲਏ ਵੀ ਨਹੀਂ, ਹੁਣ ਤਾਂ ਮੈਂ ਇੱਕ ਕਾਂਗਰਸ ਦਾ ਵਰਕਰ ਹਾਂ, ਹੁਣ ਮੈਂ ਇਹ ਸਵਾਲ ਕਰਦਾ ਤੁਹਾਡੇ ਤੋਂ। ਜੇ ਕਾਂਗਰਸ ਦੁਬਾਰਾ ਸੱਤਾ 'ਚ ਆਉਣਾ ਚਾਹੁੰਦੀ ਹੈ, ਜੇ ਕਾਂਗਰਸ ਦੁਬਾਰਾ ਇਨਸਾਫ ਦੇਣਾ ਚਾਹੁੰਦੀ ਹੈ ਤੇ ਕੁਝ ਕਰਕੇ ਕਾਂਗਰਸ ਨੂੰ ਦਿਖਾਉਣਾ ਪਊਗਾ। ਔਰ ਕੈਪਟਨ ਅਮਰਿੰਦਰ ਸਿੰਘ ਕੋਲੇ ਵੀ ਆਹੀ 7-8 ਮਹੀਨੇ ਹੀ ਆ ਗਗਨ, ਹੁਣ ਤਾਂ ਸਾਲ ਤੋਂ ਘੱਟ ਸਮਾਂ ਵੋਟਾਂ ਨੂੰ ਰਹਿ ਗਿਆ, 4 ਸਾਲ ਤਾਂ ਲੰਘ ਗਏ। ਕੈਪਟਨ ਸਾਹਿਬ ਕਹਿੰਦੇ ਸੀ ਮੇਰੀ ਸਰਕਾਰ ਬਣਾ ਦਿਓ, ਮੈਂ ਤਾਂ ਇਨਸਾਫ ਦਊਂਗਾ। ਸਿੱਟ ਵੀ ਬਣਾਈ ਸੀ, ਦੇਖੋ ਕਾਰਨ ਕੋਈ ਵੀ ਹੋਵੇ, ਵਿਜੇ ਪ੍ਰਤਾਪ ਦੀ ਸਿੱਟ 'ਚ ਕੋਈ ਖਾਮੀ ਸੀ,
ਹਾਈ ਕੋਰਟ ਨੇ ਕੋਈ ਤਕਨੀਕੀ ਖਾਮੀ ਲੱਭ ਕੇ ਸਿੱਟ ਰੱਦ ਕਰਤੀ। ਇੱਕ ਗੱਲ ਪਤਾ ਵੀ ਜਾਂਚ ਰੱਦ ਹੋ ਗਈ, ਜਾਂਚ ਖਤਮ ਹੋ ਗਈ। ਹੁਣ ਨਵੇਂ ਸਿਰਿਓਂ ਸਾਰੀਆਂ ਜਾਂਚਾਂ ਕਿੱਥੇ ਹੋਣਗੀਆਂ ਜੀ? ਪਹਿਲੀ ਜਾਂਚ ਹੀ ਮਸਾਂ 4 ਸਾਲ 'ਚ ਮੁਕੰਮਲ ਨਹੀਂ ਸੀ ਹੋਈ ਹੈ ਗਗਨ, ਤੇ ਹੁਣ ਨਵੇਂ ਸਿਰੇ ਤੋਂ ਕਿੱਥੋਂ ਉਮੀਦ ਹੈ? ਸੋ ਇਸ ਕਰਕੇ ਇਹਦੇ ਲਈ ਹੁਣ ਕੋਈ ਸਮਾਂਬੱਧ ਜਾਂਚ ਹੋਣੀ ਚਾਹੀਦੀ ਹੈ। ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਕਹਿਣ ਵੀ ਆ 2 ਮਹੀਨੇ ਦੇ ਵਿੱਚ ਨਵੀਂ ਸਿੱਟ ਬਣਾਈ, 2 ਮਹੀਨੇ ਦੇ ਵਿੱਚ ਸਿੱਟ ਆਪਣੀ ਰਿਪੋਰਟ ਹੈ ਹਾਈ ਕੋਰਟ 'ਚ ਦਊਗੀ, ਤੇ ਫਾਸਟ ਟਰੈਕ ਕੋਰਟ ਸੂਬੇ ਦੀ ਸਰਕਾਰ ਮੰਗੇ ਸੁਪਰੀਮ ਕੋਰਟ 'ਚ ਜਾ ਕੇ ਵੀ ਸਾਨੂੰ ਫਾਸਟ ਟਰੈਕ ਕੋਰਟ ਦਿਓ। 2 ਮਹੀਨੇ 'ਚ ਸਿੱਟ ਜਾਂਚ ਕਰੂਗੀ, 1 ਮਹੀਨੇ 'ਚ ਸੁਪਰੀਮ ਕੋਰਟ ਦੀ ਫਾਸਟ ਟਰੈਕ ਅਦਾਲਤ ਫੈਸਲਾ ਸੁਣਾਵੇ, ਚਾਹੇ ਵਿਸ਼ੇਸ਼ ਅਦਾਲਤ ਦਾ ਗਠਨ ਕੀਤਾ ਜਾਵੇ ਜਿਹੜੀ 1 ਮਹੀਨੇ 'ਚ ਫੈਸਲਾ ਸੁਣਾਵੇ। ਆ ਤੁਸੀਂ ਦੇਖੋ ਨਾ ਜੀ, ਆ ਕਿੰਨੀਆਂ ਸਾਡੀਆਂ ਫਾਸਟ ਟਰੈਕ ਅਦਾਲਤਾਂ ਬਣਦੀਆਂ ਨੇ, ਮਸਲੇ ਨਿਬੇੜ ਦਿੰਦੀਆਂ। ਸੋ ਇਹ ਹੁਣ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਇਨਸਾਫ ਦੇਣ ਵਾਲੇ ਪਾਸੇ ਸੋਚਣ। ਹੁਣ ਨਵਜੋਤ ਸਿੰਘ ਸਿੱਧੂ ਮੈਨੂੰ ਲੱਗਦਾ ਹੈ ਮਹੀਨਾ 2 ਮਹੀਨਾ ਕਿਸੇ ਵੇਲੇ ਵੀ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਹੁਣ ਅਸਤੀਫਾ ਦੇ ਸਕਦਾ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਅਹੁਦਿਆਂ ਦਾ ਲਾਲਚੀ ਨਹੀਂ ਹੈ। ਇਤਿਹਾਸ ਗਵਾਹ ਹੈ, ਮੰਤਰੀ ਦਾ ਅਹੁਦਾ ਉਹਨੇ ਮਿੰਟ 'ਚ ਛੱਡਤਾ, ਰਾਜ ਸਭਾ ਦੀ ਮੈਂਬਰੀ ਉਹਨੇ ਮਿੰਟ 'ਚ ਛੱਡਤੀ, ਸਰਕਾਰੀ ਕੋਠੀ ਮਿੰਟ 'ਚ ਛੱਡਤੀ, ਮੰਤਰੀ ਦਾ ਅਹੁਦਾ ਮਿੰਟ 'ਚ ਛੱਡਤਾ। ਜਿੱਥੇ ਹੱਕ ਦੀ ਗੱਲ ਆ ਜਾਂਦੀ, ਸੱਚ ਦੀ ਗੱਲ ਆ ਜਾਂਦੀ, ਇੱਕ ਵਾਰੀ ਫੇਰ ਨਵਜੋਤ ਸਿੰਘ ਸਿੱਧੂ ਅੱਗੇ ਬਹੁਤ ਵੱਡੀ ਚੁਣੌਤੀ ਹੈ। ਹਾਂ, ਸਿੱਧੂ ਅੱਗੇ ਇਹ ਮਜਬੂਰੀ ਹੋ ਸਕਦੀ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਕਵੇ ਵੀ ਜੇ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇਤਾ ਤੇ ਕਿਤੇ ਕਾਂਗਰਸ ਨਾ ਖਿੰਡ ਜੇ, ਪਰ ਉੱਥੇ ਨਵਜੋਤ ਸਿੰਘ ਸਿੱਧੂ ਨੂੰ ਸਮਝਾਉਣਾ ਪਊਗਾ ਕਾਂਗਰਸ ਦੀ ਹਾਈ ਕਮਾਂਡ ਨੂੰ। ਔਰ ਜਿਹੜਾ ਕਾਂਗਰਸ ਦੀ ਹਾਈ ਕਮਾਂਡ ਸਿੱਧੂ ਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ, ਜਾਂ ਤਾਂ ਪ੍ਰਧਾਨ ਦੀ ਜ਼ਿੰਮੇਵਾਰੀ ਦੇ ਦਿੰਦੀ, ਸਿੱਧੂ ਬਤੌਰ ਪ੍ਰਧਾਨ ਦਬਾਅ ਪਾਵੇ ਕੈਪਟਨ ਅਮਰਿੰਦਰ ਤੇ। ਉੱਦਾਂ ਤਾਂ ਚਾਹ ਤੇ ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਸੱਦ ਲੈਂਦੇ ਨੇ ਵੀ ਆਓ ਆਪਾਂ ਚਾਹ ਪੀਣੀ, ਲੰਚ ਕਰਨਾ। ਇਸ ਮਸਲੇ ਤੇ ਵੀ ਸਿੱਧੂ ਸਾਹਿਬ ਨੂੰ ਸੱਦ ਲਓ ਇੱਕ ਵਾਰੀ। ਇਸ ਮਸਲੇ ਤੇ ਸਿੱਧੂ ਸਾਹਿਬ ਨੂੰ ਕਿਉਂ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਣਾ ਚਾਹੀਦਾ। ਔਰ ਇਹ ਮੰਗ ਐਚ.ਐਸ. ਫੁਲਕਾ ਉਹਨਾਂ ਨੇ ਵੀ ਕੀਤੀ ਹੈ ਸਿੱਧੂ ਤੋਂ, ਵੀ ਮੰਗ ਕਰੋ ਵਿਧਾਨ ਸਭਾ ਦਾ ਸੈਸ਼ਨ ਦੁਬਾਰਾ ਆਵੇ। ਗਗਨ, ਉਂਝ ਤੁਹਾਨੂੰ ਯਾਦ ਹੋਣਾ ਬਰਗਾੜੀ ਦੇ ਔਰ ਬੇਅਦਬੀ ਦੇ ਇਨਸਾਫ ਦੇ ਮਸਲਿਆਂ ਤੇ ਵਿਧਾਨ ਸਭਾ ਦਾ ਸੈਸ਼ਨ ਹੋਇਆ ਸੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਉੱਥੇ ਪੇਸ਼ ਹੋਈ ਸੀ। ਰਿਪੋਰਟ ਤੋਂ ਬਾਅਦ ਬਹੁਤ ਵੱਡੀਆਂ ਵੱਡੀਆਂ ਗੱਲਾਂ ਹੋਈਆਂ ਸੀ। ਸੈਸ਼ਨ ਤੋਂ ਬਾਅਦ ਕੁਝ ਨਹੀਂ ਹੋਇਆ, 2.5 ਸਾਲ ਪੌਣੇ 3 ਸਾਲ ਨਿਕਲ ਗਏ। ਸੋ ਹੁਣ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਮੰਗ ਹੋ ਰਹੀ ਹੈ ਕਿ ਨਵੇਂ ਸਿਰਿਓਂ ਬੁਲਾਇਆ ਜਾਵੇ, ਵਿਧਾਨ ਸਭਾ ਦਾ ਸੈਸ਼ਨ ਨਵੇਂ ਸਿਰਿਓਂ ਜ਼ਰੂਰ ਬੁਲਾਇਆ ਜਾਣਾ ਚਾਹੀਦਾ ਹੈ। ਸੈਸ਼ਨ ਬੁਲਾਉਣ ਤੋਂ ਬਾਅਦ ਸੈਸ਼ਨ 'ਚ ਸਿੱਟ ਅਨਾਊਂਸ ਹੋਵੇ, ਔਰ 2 ਮਹੀਨੇ ਦਾ ਸਮਾਂ ਸਿੱਟ ਨੂੰ ਦਿਓ ਕਿ 2 ਮਹੀਨੇ 'ਚ ਸਿੱਟ ਜਾਂਚ ਕਰੇ, 1 ਮਹੀਨੇ 'ਚ ਵਿਸ਼ੇਸ਼ ਅਦਾਲਤ ਫੈਸਲਾ ਕਰੇ, ਤਾਂ ਇਹ ਮਸਲਾ ਨਿਬੜ ਸਕਦਾ ਹੈ। ਮੈਨੂੰ ਡਰ ਇਸ ਗੱਲ ਦਾ ਗਗਨ, ਦੁਬਾਰਾ ਇਹ ਮਸਲਾ ਸਿਆਸੀ ਨਾ ਬਣ ਜੇ, ਕਿਤੇ ਦੁਬਾਰਾ ਇਹ ਮਸਲਾ ਸਿਆਸੀ ਨਾ ਬਣ ਜੇ। ਅਗਰ ਇਹ ਮਸਲਾ ਨਾ ਸਾਂਭਿਆ ਗਿਆ, ਨਾ ਨਿਬੇੜਿਆ ਗਿਆ, ਇਹ ਮਸਲਾ ਦੁਬਾਰਾ ਸਿਆਸੀ ਬਣ ਸਕਦਾ। ਸੋ ਇਸ ਮਸਲੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਸਿਆਸੀ ਉਤਲ-ਪੁਤਲ ਜ਼ਰੂਰ ਵੇਖਣ ਨੂੰ ਮਿਲਣਗੇ, ਕਿਉਂਕਿ ਨਵੀਂ ਐਸਆਈਟੀ ਬਣਾਉਣ ਦੀਆਂ ਵੀ ਚਰਚਾਵਾਂ ਨੇ ਸੂਤਰਾਂ ਦੇ ਹਵਾਲੇ ਨਾਲ ਕਿ ਨਵੀਂ ਐਸਆਈਟੀ ਬਣ ਸਕਦੀ ਹੈ ਤੇ ਨਵੇਂ ਪੱਧਰ ਦੇ ਉੱਤੇ ਦੁਬਾਰਾ ਜਿਹੜੀ ਜਾਂਚ ਸ਼ੁਰੂ ਹੋ ਸਕਦੀ ਹੈ। ਪਰ ਉਹ ਸਮਾਂਬੱਧ ਹੋਣੀ ਚਾਹੀਦੀ। ਦੇਖੋ, ਨਵੀਂ ਐਸਆਈਟੀ ਤਾਂ ਬਣੂਗੀ, ਪਰ ਉਹ ਸਮਾਂਬੱਧ ਹੋਣੀ ਚਾਹੀਦੀ ਹੈ ਕਿ ਐਸਆਈਟੀ 1 ਮਹੀਨੇ 'ਚ ਜਾਂਚ ਕਰੂਗੀ, ਐਸਆਈਟੀ 2 ਮਹੀਨੇ 'ਚ ਜਾਂਚ ਕਰੂਗੀ। ਔਰ ਐਸਆਈਟੀ ਦਾ ਮੁਖੀ ਪੰਜਾਬ ਦਾ ਡੀਜੀਪੀ ਬਣਾਇਆ ਜਾਣਾ ਚਾਹੀਦਾ। ਪੰਜਾਬ ਦਾ ਡੀਜੀਪੀ ਬਣਾਇਆ ਜਾਣਾ ਚਾਹੀਦਾ ਤਾਂ ਕਿ ਕੋਈ ਦਿੱਕਤ ਹੀ ਨਾ ਹੋਵੇ ਡੀਜੀਪੀ ਨੂੰ। ਸਾਰੇ ਅਫਸਰ ਆਪਣੇ ਡੀਜੀਪੀ ਦੇ ਮਾਤਹਤ ਨੇ, ਉਹਦੇ ਹੇਠਾਂ ਨੇ ਅਧਿਕਾਰਿਕ ਤੌਰ ਤੇ। ਸੋ ਕੈਪਟਨ ਅਮਰਿੰਦਰ ਸਿੰਘ ਡੀਜੀਪੀ ਨੂੰ ਸਿੱਟ ਦਾ ਇੰਚਾਰਜ ਬਣਾਉਣ, ਔਰ ਜਿਹੜੇ ਪੰਜਾਬ ਦੇ ਏਡੀਜੀਪੀ ਨੇ, ਸਾਰੇ ਏਡੀਜੀਪੀ ਔਰ ਡੀਜੀਪੀ ਸਾਰੇ ਵੱਡੇ ਅਫਸਰਾਂ ਦੇ ਆਧਾਰਿਤ ਸਿੱਟ ਬਣੇ। 2 ਮਹੀਨੇ ਦਾ ਸਮਾਂ ਹੋਵੇ ਸਿੱਟ ਕੋਲੇ ਜਾਂਚ ਕਰਨ ਨੂੰ। ਕਿੰਨੇ ਏਡੀਜੀਪੀ ਆ ਪੰਜਾਬ 'ਚ? ਏਡੀਜੀਪੀ ਦੀ ਡਿਊਟੀ ਲਾਓ, ਨਾਲ ਡੀਜੀਪੀ ਦੀ ਡਿਊਟੀ ਲਾਓ। ਇਹਨਾਂ ਸਾਰੇ ਵੱਡੇ ਅਫਸਰਾਂ ਨੇ 2 ਮਹੀਨਿਆਂ 'ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੱਢ ਦੇਣਾ। ਨਾਲੇ ਇਹਨਾਂ ਤੇ ਦਬਾਅ ਕਿਹੜਾ ਪਾ ਜਾਊਗਾ? ਜੇ ਇਹਨਾਂ 'ਤੇ ਕੋਈ ਦਬਾਅ ਪਾ ਜਾਊਗਾ, ਇਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਫਿਰ ਇਹੋ ਜਿਹੀ ਨੌਕਰੀ ਕਰਨ ਦਾ ਕੀ ਫਾਇਦਾ ਜਿਹ 'ਚ ਤੁਸੀਂ ਇਮਾਨਦਾਰੀ ਨਾਲ ਕੰਮ ਹੀ ਨਹੀਂ ਕਰ ਸਕਦੇ। ਫਿਰ ਆਪਣੀ ਪੈਨਸ਼ਨ ਤੇ ਜਾਓ, ਆਪਣੀ ਰਿਟਾਇਰਮੈਂਟ ਹੈ, ਫਿਰ ਭਾਵੇਂ ਪੋਲਿਟਿਕਸ 'ਚ ਆਓ, ਭਾਵੇਂ ਗੋਲਫ ਖੇਡੋ। ਤੇ ਇਸ ਦੇ ਨਾਲ ਹੀ ਡੱਲਾ ਸਾਹਿਬ ਇੱਕ ਮਸਲਾ ਦੀਪ ਸਿੱਧੂ ਦਾ ਵੀ ਆ, ਉਹਤੇ ਵੀ ਚਰਚਾ ਮੈਂ ਕਹਿੰਦਾ ਜ਼ਰੂਰ ਕਰ ਲਈਏ ਕਿ ਦੀਪ ਸਿੱਧੂ ਦੀ ਅੱਜ ਫਿਰ ਉਸ ਮਾਮਲੇ ਦੇ ਵਿੱਚ ਸੁਣਵਾਈ ਹੋਣੀ ਆ। ਲਗਾਤਾਰ 3-4 ਦਿਨਾਂ ਤੋਂ ਸੁਣਵਾਈ ਇਸ ਮਾਮਲੇ ਦੇ ਵਿੱਚ ਹੋ ਰਹੀ ਹੈ। ਕੱਲ ਐਤਵਾਰ ਦੇ ਦਿਨ ਵੀ ਸੁਣਵਾਈ ਇਸ ਮਾਮਲੇ ਦੇ ਵਿੱਚ ਹੋਈ ਹੈ। ਪੁਲਿਸ ਨੇ 4 ਦਿਨ ਦਾ ਰਿਮਾਂਡ ਜਿਹੜਾ ਮੰਗ ਲਿਆ। ਕੀ ਲੱਗਦਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਕਿੱਧਰ ਨੂੰ ਜਾਂਦਾ ਨਜ਼ਰ ਆ ਰਿਹਾ? ਦੇਖੋ, ਦੀਪ ਸਿੱਧੂ ਨੂੰ ਇੱਕ ਮਾਮਲੇ 'ਚ ਤਾਂ ਜ਼ਮਾਨਤ ਮਿਲ ਗਈ ਸੀ, ਪੁਰਾਣੇ ਮਾਮਲੇ 'ਚ, ਪਰ ਹੁਣ ਉਹ ਪੁਰਾਤਤਵ ਮਹਿਕਮੇ ਦੀ ਸ਼ਿਕਾਇਤ ਸੀ, ਜਿਹੜਾ ਨੁਕਸਾਨ ਹੋਇਆ ਸੀ ਲਾਲ ਕਿਲ੍ਹੇ 'ਚ ਕੋਈ, ਉਸ ਮਾਮਲੇ ਦੇ ਇਲਜ਼ਾਮ ਨੇ ਜਿਹਦੇ 'ਚ ਗ੍ਰਿਫਤਾਰੀ ਹੋ ਗਈ ਹੈ। ਹੁਣ ਫੇਰ ਕਹਿੰਦੇ ਪੁਲਿਸ ਨੂੰ 4 ਦਿਨ ਦੇ ਰਿਮਾਂਡ ਤੇ ਦਿੱਤਾ। ਦੇਖੋ, ਇਹ ਤਾਂ ਹੁਣ ਮਾਮਲਾ ਅਦਾਲਤੀ ਕਾਰਵਾਈ ਦੇ ਵਿੱਚੋਂ ਹੀ ਪਤਾ ਲੱਗੂਗਾ ਗਗਨ ਕਿ ਅਗਲੇ 3-4 ਦਿਨਾਂ ਦੇ ਵਿੱਚ ਦੀਪ ਸਿੱਧੂ ਨੂੰ ਰਿਮਾਂਡ ਮਿਲਦਾ ਜਾਂ ਨਹੀਂ ਮਿਲਦਾ। ਪਰ ਉਹਨਾਂ ਦੇ ਵਕੀਲ ਜ਼ਰੂਰ ਇਹ ਕੋਸ਼ਿਸ਼ ਕਰ ਰਹੇ ਹੋਣੇ ਨੇ ਕਿ ਅਗਰ ਇਸ ਪੁਰਾਤਤਵ ਮਹਿਕਮੇ ਵਾਲੇ ਕੇਸ 'ਚ ਵੀ ਜ਼ਮਾਨਤ ਮਿਲ ਜਾਂਦੀ ਹੈ ਦੀਪ ਸਿੱਧੂ ਨੂੰ, ਕੋਈ ਹੋਰ ਕੇਸ ਤਾਂ ਨਹੀਂ ਦੀਪ ਸਿੱਧੂ ਤੇ ਬਕਾਇਆ, ਕੋਈ ਹੋਰ ਕੇਸ ਤਾਂ ਨਹੀਂ ਬਣਦਾ, ਕੋਈ ਹੋਰ ਸ਼ਿਕਾਇਤ ਤਾਂ ਨਹੀਂ ਆਜੂ ਦਿੱਲੀ ਪੁਲਿਸ ਵੱਲੋਂ। ਉਹਦੇ ਉੱਪਰ ਵੀ ਜਿਹੜੇ ਦੀਪ ਸਿੱਧੂ ਉਹਨਾਂ ਦੇ ਵਕੀਲ ਨੇ
ਉਹ ਜ਼ਰੂਰ ਗੌਰ ਕਰ ਰਹੇ ਹੋਣਗੇ। ਇਹ ਤਾਂ ਹੁਣ ਆਉਣ ਵਾਲੇ ਦਿਨਾਂ 'ਚ ਹੀ ਗਗਨ ਸਾਫ਼ ਹੋਊਗਾ ਕਿ ਕਦੋਂ ਦੁਬਾਰਾ ਜ਼ਮਾਨਤ ਮਿਲਦੀ ਹੈ ਆਪਣੇ ਦੀਪ ਸਿੱਧੂ ਨੂੰ ਤੇ ਦੀਪ ਸਿੱਧੂ ਬਾਹਰ ਆਉਂਦਾ। ਬਿਲਕੁਲ ਟੱਲਾ ਸਾਹਿਬ, ਇੱਕ ਇਹ ਵੀ ਜ਼ਿਕਰ ਆ ਕਿ ਜੇਕਰ ਦੀਪ ਸਿੱਧੂ ਬਾਹਰ ਆਉਂਦਾ ਉਹਦਾ ਪ੍ਰਭਾਵ ਕਿਸਾਨੀ ਅੰਦੋਲਨ ਦੇ ਉੱਤੇ ਵੇਖੂਗੇ, ਕਿਉਂਕਿ ਜਿਸ ਤਰ੍ਹਾਂ ਚਰਚਾਵਾਂ ਸੀ ਕਿ ਲੱਖਾ ਸਿਧਾਣਾ ਵੱਡਾ ਕਾਫਲਾ ਲੈ ਕੇ ਉਧਰ ਪਹੁੰਚੂਗਾ ਤੇ ਦੀਪ ਸਿੱਧੂ ਜੇਕਰ ਪਹੁੰਚਦਾ ਹੈ ਤਾਂ ਵੱਖਰੀ ਤਰ੍ਹਾਂ ਦਾ ਇੱਕ ਬੋਲਬਾਲਾ ਜਿਹੜਾ ਇਸ ਵਾਰ ਜਿਹੜਾ ਹੁਣ ਅੰਦੋਲਨ ਦੇ ਵਿੱਚ ਤੁਸੀਂ ਦੇਖੋ, ਹੁਣ ਕਿਸਾਨ ਉਦੋਂ ਗੱਲਾਂ ਕੀਤੀਆਂ, ਕਿਸਾਨ ਅੰਦੋਲਨ ਨੇ ਕਿਹਾ ਵੀ ਲੱਖਾ ਸਿਧਾਣਾ ਵੀ ਆਵੇ, ਅਸੀਂ ਉਹਦਾ ਸਵਾਗਤ ਕਰਦੇ ਹਾਂ। ਪਰ ਲੱਖਾ ਸਿਧਾਣਾ ਤਾਂ ਇੱਕੋ ਦਿਨ ਜਾਂ 2 ਦਿਨ ਹੀ ਗਿਆ ਮੇਰਾ ਖਿਆਲ। ਲੱਖਾ ਸਿਧਾਣਾ ਮੈਨੂੰ ਨਹੀਂ ਲੱਗਦਾ ਵੀ ਉੱਥੇ ਬੈਠਾ ਹੈ, ਉੱਥੇ ਹੁਣ ਦਿੱਲੀ ਹੈ ਨਹੀਂ। ਸੋ ਇਸ ਕਰਕੇ ਦੇਖੋ, ਜਦੋਂ ਅਸੀਂ ਅੰਦੋਲਨ ਕਰਨੇ ਨੇ ਉਦੋਂ ਫਿਰ ਛੋਟੀ ਮੋਟੀ ਗੱਲ ਹੈ ਜਿਹੜੀ ਵੱਧ ਤੋਂ ਵੱਧ ਪੁਲਿਸ ਗ੍ਰਿਫਤਾਰੀ ਕਰ ਲੂਗੀ ਨਾ, ਜ਼ਮਾਨਤ ਹੱਕ ਹੈ। ਜੇ ਲੱਖਾ ਸਿਧਾਣਾ ਕਹਿੰਦਾ ਵੀ ਮੈਂ ਉੱਥੇ ਗਿਆ ਹੀ ਨਹੀਂ, ਮੈਂ ਉੱਥੇ ਹੈ ਹੀ ਨਹੀਂ ਸੀ, ਤੇ ਫਿਰ ਗ੍ਰਿਫਤਾਰੀ ਲੱਖੇ ਸਿਧਾਣੇ ਨੂੰ ਦੇ ਦੇਣੀ ਚਾਹੀਦੀ ਹੈ, ਜ਼ਮਾਨਤ ਹੋ ਜਾਣੀ ਆ। ਦੇਖੋ ਦੀਪ ਸਿੱਧੂ ਵੀ ਤਾਂ ਜ਼ਮਾਨਤ ਦੇ ਕੰਢੇ ਲੱਗ ਗਿਆ ਨਾ, ਇੱਕ ਕੇਸ ਤਾਂ ਜ਼ਮਾਨਤ ਮਿਲ ਗਈ। ਜ਼ਮਾਨਤ ਵੀ ਹੱਕ ਹੈ ਹਰ ਮੁਲਜ਼ਮ ਦਾ। ਸੋ ਇਸ ਕਰਕੇ ਲੱਖਾ ਸਿਧਾਣਾ ਮੈਨੂੰ ਨਹੀਂ ਲੱਗਦਾ ਗਿਆ ਦੁਬਾਰਾ, ਜਾਂ ਇੱਕ ਅੱਧਾ ਦਿਨ ਹੀ ਗਿਆ, ਜਾਂ ਤਾਂ ਹੋਵੇ ਨਾ ਲੱਖਾ ਸਿਧਾਣਾ। ਹੁਣ ਕਿਸਾਨ ਅੰਦੋਲਨ ਵਾਲਿਆਂ ਨੂੰ ਲੱਗਦਾ ਸੀ ਵੀ ਜੇ ਲੱਖਾ ਸਿਧਾਣਾ ਆ ਜਾਊਗਾ ਪਤਾ ਨਹੀਂ ਇੱਥੇ ਦੁਬਾਰਾ ਕਿੱਡੀ ਲਹਿਰ ਲੱਗ ਜੂਗੀ। ਪਰ ਲੱਖਾ ਸਿਧਾਣਾ ਕਿਤੇ ਹੋਰ ਮੇਰਾ ਖਿਆਲ ਜਾਂ ਸਲਾਹ ਮਸ਼ਵਰਾ ਕਰ ਰਹੇ ਹੋਣਾ ਵਕੀਲਾਂ ਨਾਲ ਵੀ ਕੀ ਕੀਤਾ ਜਾਵੇ। ਹੁਣ ਜੇ ਦੀਪ ਸਿੱਧੂ ਨੂੰ ਜ਼ਮਾਨਤ ਵੀ ਹੋ ਜਾਊਗਾ, ਕਿਸਾਨ ਅੰਦੋਲਨ ਵਾਲੇ ਤਾਂ ਦੀਪ ਸਿੱਧੂ ਨੂੰ ਕਹਿੰਦੇ ਸੀ ਇਹ ਤਾਂ ਬੀਜੇਪੀ ਦਾ ਬੰਦਾ ਹੈ, ਕਿਸਾਨ ਅੰਦੋਲਨ ਵਾਲੇ ਕਹਿੰਦੇ ਸੀ ਇਹ ਤਾਂ ਬੀਜੇਪੀ ਦਾ ਬੰਦਾ ਹੈ, ਫਿਰ ਹੁਣ ਬੀਜੇਪੀ ਦੇ ਬੰਦੇ ਨੂੰ ਵਿੱਚ ਕਿਵੇਂ ਬਿਠਾਉਣਗੇ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਦੀਪ ਸਿੱਧੂ ਦੀ ਜ਼ਮਾਨਤ ਹੋਣ ਦਾ ਕਿਸਾਨ ਅੰਦੋਲਨ ਤੇ ਹੁਣ ਕੋਈ ਫਰਕ ਪਊਗਾ, ਮੈਨੂੰ ਨਹੀਂ ਲੱਗਦਾ। ਕਿਸਾਨ ਅੰਦੋਲਨ ਦੇ ਜਿਹੜੇ ਲੀਡਰ ਨੇ ਉਹ ਆਪ ਮੈਨੂੰ ਬਹੁਤੇ ਸੰਗਠਿਤ ਹੁੰਦੇ ਨਹੀਂ ਦਿਖ ਰਹੇ ਇਸ ਟਾਈਮ। ਕਿਸਾਨ ਅੰਦੋਲਨ ਦੇ ਲੀਡਰ ਆਪ ਬਹੁਤੇ ਸੰਗਠਿਤ ਆਰਗੇਨਾਈਜ਼ਡ ਮੈਨੂੰ ਦਿਖ ਨਹੀਂ ਰਹੇ। ਆ ਦੇਖੋ ਤੁਸੀਂ ਪੰਜਾਬ 'ਚ ਕੀ ਮਾੜਾ ਹਾਲ ਹੋ ਗਿਆ ਕਣਕਾਂ ਦਾ, ਹੈ ਜੀ। ਪੰਜਾਬ 'ਚ ਆ ਹੁਣ ਕੈਪਟਨ ਅਮਰਿੰਦਰ ਔਰ ਪੰਜਾਬ ਦੀ ਸਰਕਾਰ ਪਹਿਲਾਂ ਕਹਿੰਦੀ ਸੀ ਅਸੀਂ ਕਿਸਾਨ ਤੇ ਆੜਤੀਆਂ ਦਾ ਰਿਸ਼ਤਾ ਟੁੱਟ ਨਹੀਂ ਸਕਦਾ, ਆੜਤੀਆਂ ਦੇ ਜ਼ਰੀਏ ਹੀ ਅਸੀਂ ਖਰੀਦ ਕਰਾਂਗੇ ਜੋ ਮਰਜ਼ੀ ਹੋ ਜੇ। ਕਿਸਾਨ ਅੰਦੋਲਨ ਦੀ ਵੀ ਇਹ ਮੰਗ ਸੀ। ਆ ਮੰਤਰੀ ਨੇ ਸੱਦਿਆ, ਉੱਥੇ ਪਿਊਸ਼ ਗੋਇਲ ਨੂੰ ਮਿਲਣ ਗਏ ਪੰਜਾਬ ਦੇ ਮੰਤਰੀ, ਬਿਰੰਗ ਚਿੱਠੀ ਵਾਂਗ ਮੁੜਿਆ ਇਹ, ਕਹਿੰਦੇ ਜੀ ਨਹੀਂ ਹੋ ਸਕਦਾ, ਇਹ ਮੰਨਦਾ ਨਹੀਂ ਕੇਂਦਰ। ਹੁਣ ਸਿੱਧੀ ਅਦਾਇਗੀ ਲਈ ਮੰਨੇ ਆ ਨਾ। ਤੇ ਕਿਸਾਨ ਅੰਦੋਲਨ ਨੇ ਕੈਪਟਨ ਅਮਰਿੰਦਰ ਤੋਂ ਇੱਕ ਵਾਰੀ ਨਹੀਂ ਸਵਾਲ ਪੁੱਛਿਆ ਵੀ ਤੁਸੀਂ ਤਾਂ ਕਹਿੰਦੇ ਸੀ ਜੀ ਅਸੀਂ ਆੜਤੀਆਂ ਦੇ ਹਰ ਹਾਲਤ 'ਚ ਆੜਤੀਆਂ ਦੇ ਜ਼ਰੀਏ ਖਰੀਦ ਕਰਾਵਾਂਗੇ। ਸੋ ਇਸ ਕਰਕੇ ਕਿਸਾਨ ਜਿਹੜੇ ਅੰਦੋਲਨ ਦੇ ਲੀਡਰ ਨੇ ਨਾ ਗਗਨ, ਉਹਨਾਂ ਨੂੰ ਵੀ ਤਕੜੇ ਕਰਨ ਦੀ ਲੋੜ ਹੈ। ਮੈਂ ਤਾਂ ਕਹਿਣਾ ਕਿ ਜ਼ਰੂਰ ਜਿਹੜੇ ਕਿਸਾਨ ਬੈਠੇ ਨੇ ਸਾਰੇ, ਉਹਨਾਂ ਦੀ ਸਿਹਤ ਦਾ ਖਿਆਲ ਰੱਖੋ, ਉਹਨਾਂ ਨੂੰ ਮਾੜਾ ਮੋਟਾ ਘਿਓ ਖਵਾਓ, ਤਕੜੇ ਕਰੋ ਉਹਨਾਂ ਨੂੰ। ਘਿਓ ਜ਼ਿਆਦਾ ਵੀ ਨਹੀਂ ਖਵਾਉਣਾ, ਡਾਕਟਰਾਂ ਦੀ ਸਲਾਹ ਨਾਲ ਹੀ ਖਵਾਉਣਾ, ਨੁਕਸਾਨ ਕਰਦਾ ਜ਼ਿਆਦਾ। ਬਿਲਕੁਲ। ਸੋ ਇਹ ਖਾਸ ਮਸਲੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੀ ਕਿ ਮਸਲੇ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾਵਾਂ ਦਾ ਵਿਸ਼ਾ ਜ਼ਰੂਰ ਰਹਿਣਗੇ, ਕਿਉਂਕਿ ਅੱਜ ਦੀਪ ਸਿੱਧੂ ਦੀ ਫਿਰ ਪੇਸ਼ੀ ਹੋਣੀ ਹੈ। ਉਸ ਮਾਮਲੇ ਦੇ ਵਿੱਚ ਕੀ ਰਿਮਾਂਡ ਪੁਲਿਸ ਨੂੰ ਮਿਲਦਾ ਜਾਂ ਨਹੀਂ, ਉਹ ਵੀ ਅੱਜ ਸਾਫ਼ ਹੋ ਜਾਣਾ ਹੈ। ਉਧਰ ਦੂਜੇ ਪਾਸੇ ਐਚ.ਐਸ. ਫੂਲਕਾ ਦੀ ਚਿੱਠੀ ਦੇ ਉੱਤੇ ਕੀ ਅੱਜ ਨਵਜੋਤ ਸਿੰਘ ਸਿੱਧੂ ਜਵਾਬ ਦਿੰਦੇ ਨੇ ਜਾਂ ਨਹੀਂ, ਕਿਉਂਕਿ ਨਵਜੋਤ ਸਿੰਘ ਸਿੱਧੂ ਟਵਿੱਟਰ ਦੇ ਉੱਤੇ ਬਹੁਤ ਐਕਟਿਵ ਨਜ਼ਰ ਆਉਂਦੇ ਨੇ। ਸੋ ਹੋ ਸਕਦਾ ਕਿ ਟਵੀਟ ਦੇ ਜ਼ਰੀਏ ਦਾ ਜਵਾਬ ਵੀ ਦੇ ਦੇਣ। ਸੋ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਨਵਾਂ ਰੁਖ ਜ਼ਰੂਰ ਵੇਖਣ ਨੂੰ ਮਿਲੇਗਾ। ਫਿਲਹਾਲ ਦੇ ਲਈ ਇਜਾਜ਼ਤ ਲਵਾਂਗੇ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ।